ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ ਤੇ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਕੁਝ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਕਰਾਂਗਾ, ਟਿੱਪਣੀਆਂ ਕਰਾਂਗੇ ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਜਾਏਗੀ। ਤੇ ਆਓ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਦੇ ਉੱਤੇ ਅੱਜ ਚਰਚਾ ਕਰਨੀ ਹੈ ਉਹਨਾਂ ਖਬਰਾਂ ਦਾ ਬਿਊਰਾ ਵਿਸਥਾਰ ਤੋਂ ਪਹਿਲਾਂ ਸੰਖੇਪ ਦੇ ਵਿੱਚ ਸਾਂਝਾ ਜ਼ਰੂਰ ਕੀਤਾ ਜਾਵੇ। ਅੱਜ ਦੇਸ਼ ਵਿਆਪੀ ਬੰਦ ਨੂੰ ਭਰਮਾ ਹੁੰਗਾਰਾ ਮਿਲਿਆ। ਰੇਲ ਮੰਤਰੀ ਨੂੰ ਮਿਲਣ ਗਏ ਕਾਂਗਰਸੀ ਸੰਸਦ ਮੈਂਬਰਾਂ ਨੇ ਮੀਟਿੰਗ ਵਿੱਚੋਂ ਕੀਤਾ ਵਾਕਆਊਟ। ਪੰਜਾਬ ਸਰਕਾਰ ਨੇ ਰੇਲਵੇ ਲਾਈਨਾਂ ਤੋਂ ਧਰਨੇ ਚੁਕਾਉਣ ਦਾ ਕੇਂਦਰ ਨੂੰ ਦਿੱਤਾ ਭਰੋਸਾ। ਅਮਰੀਕੀ ਚੋਣਾਂ ਦੇ ਨਤੀਜਿਆਂ ਦੀ ਹਾਲੇ ਵੀ ਬੇਸਬਰੀ ਨਾਲ ਉਡੀਕ। ਅਮਰੀਕਾ ਵਿੱਚ 5 ਔਰਤਾਂ ਸਮੇਤ 1 ਦਰਜਨ ਭਾਰਤੀ ਅਮਰੀਕੀ ਜੇਤੂ। ਬਿੱਟੂ ਦੀ ਟਿੱਪਣੀ ਤੇ ਭੜਕੇ ਮਨਜੀਤ ਸਿੰਘ ਜੀਕੇ। ਅਰਨਵ ਗੋਸਵਾਮੀ ਦੀਆਂ ਮੁਸ਼ਕਲਾਂ ਵਿੱਚ ਹੋਇਆ ਵਾਧਾ ਅਤੇ ਟੀਵੀ ਬੰਦ ਕਰਨ ਨੂੰ ਲੈ ਕੇ ਪੁੱਤ ਨੇ ਪਿਓ ਨੂੰ ਮਾਰੀ ਗੋਲੀ। ਦੋਸਤੋ, ਇਹ ਕੁਝ ਖਬਰਾਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਮੈਂ ਵਿਸਥਾਰ ਨਾਲ ਚਰਚਾ ਕਰਾਂਗਾ। ਇਸ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਏ, ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਔਨ ਕਰ ਲਿਓ ਤਾਂ ਕਿ ਰੋਜ਼ਾਨਾ ਦੀ ਅਪਡੇਟ ਤੁਹਾਨੂੰ ਨਿਰਵਿਘਨ ਮਿਲਦੀ ਰਹੇ। ਆਓ ਹੁਣ ਸਭ ਤੋਂ ਵੱਡੀ ਤੇ ਅਹਿਮ ਖਬਰ। ਪੰਜਾਬ ਦੀਆਂ ਅਤੇ ਭਾਰਤ ਦੀਆਂ ਸਮੁੱਚੀਆਂ ਕਿਸਾਨ ਹਿਤੈਸ਼ੀ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਸੀ ਕਿ 5 ਨਵੰਬਰ ਨੂੰ 4 ਘੰਟਿਆਂ ਦੇ ਵਾਸਤੇ ਭਾਰਤ ਬੰਦ ਭਾਵ ਚੱਕਾ ਜਾਮ ਕੀਤਾ ਜਾਏਗਾ। ਤੇ ਇਹ ਚੱਕਾ ਜਾਮ ਕੇਂਦਰ ਸਰਕਾਰ ਵੱਲੋਂ ਪਾਸ 3 ਖੇਤੀ ਕਾਨੂੰਨਾਂ ਦੇ ਖਿਲਾਫ ਅੰਨਦਾਤੇ ਦਾ ਰੋਸ ਸੀ ਜਿਹੜਾ ਲਗਾਤਾਰ ਭਖਦਾ ਜਾ ਰਿਹਾ ਹੈ। ਤੇ ਖਬਰਾਂ ਇਹ ਮਿਲ ਰਹੀਆਂ ਨੇ ਕਿ ਇਸ ਮੁਲਕ ਵਿਆਪੀ ਬੰਦ ਦਾ ਪੂਰਨ ਰੂਪ ਵਿੱਚ ਸਮਰਥਨ ਹੋਇਆ ਹੈ। ਭਾਵੇਂ ਕਿਸੇ ਇਲਾਕੇ ਦੇ ਕਿਸਾਨ ਸੀ, ਭਾਵੇਂ ਸਮੁੱਚੇ ਭਾਰਤ ਦੇ ਕਿਸਾਨ ਸੀ, ਭਾਵੇਂ ਕਿਸਾਨ ਜਥੇਬੰਦੀਆਂ ਸੀ, ਸਾਰੀਆਂ ਧਿਰਾਂ ਨੇ ਇਕੱਠੀਆਂ ਹੋ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੱਖੋ ਵੱਖ ਥਾਵਾਂ 'ਤੇ ਧਰਨੇ ਦਿੱਤੇ ਨੇ, ਸੜਕਾਂ 'ਤੇ ਚੱਕਾ ਜਾਮ ਕੀਤਾ, ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਨੇ। ਤੇ ਇਸ ਦੌਰਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਨਾਅਰਾ ਵੀ ਗੂੰਜਦਾ ਸੁਣਾਈ ਦਿੱਤਾ ਹੈ। ਤੇ 3 ਕੇਂਦਰੀ ਖੇਤੀ ਕਾਨੂੰਨਾਂ ਅਤੇ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2020 ਦੇ ਖਿਲਾਫ ਪੂਰੇ ਭਾਰਤ ਵਿੱਚੋਂ ਖਬਰ ਮਿਲੀ ਹੈ ਕਿ 500 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਚੱਕੇ ਜਾਮ ਦੇ ਸੱਦੇ ਤੇ ਇਸ ਅੰਦੋਲਨ ਨੂੰ ਵੱਡਾ ਹੁੰਗਾਰਾ ਦਿੱਤਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੌਮੀ ਅਤੇ ਰਾਜ ਮਾਰਗਾਂ ਤੇ 30 ਕਿਸਾਨ ਜਥੇਬੰਦੀਆਂ ਦੇ ਵੱਲੋਂ ਘੱਟੋ ਘੱਟ 200 ਤੋਂ ਵੱਧ ਥਾਵਾਂ ਤੇ ਕੇਂਦਰੀ ਹਕੂਮਤ ਦਾ ਗਰੂਰ ਤੋੜਨ ਦੇ ਵਾਸਤੇ ਦੁਪਹਿਰ 12 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਕਿਸਾਨ ਜਥੇਬੰਦੀਆਂ ਦਾ ਕਬਜ਼ਾ ਰਿਹਾ। ਪੰਜਾਬ ਭਰ ਦੇ ਨੈਸ਼ਨਲ ਹਾਈਵੇ, ਸਟੇਟ ਹਾਈਵੇ ਤੇ ਅਹਿਮ ਸੜਕੀ ਮਾਰਗ ਬਿਲਕੁਲ 4 ਘੰਟਿਆਂ ਦੇ ਵਾਸਤੇ ਮੁਕੰਮਲ ਬੰਦ ਰੱਖੇ ਗਏ। ਪੰਜਾਬ ਦੇ ਨਾਲ ਲੱਗਦੇ ਸਾਰੇ ਗੁਆਂਢੀ ਰਾਜਾਂ ਤੋਂ ਆਵਾਜਾਈ ਬੰਦ ਰਹੀ। ਪੰਜਾਬ ਭਰ 'ਚ ਕਿਸਾਨ ਜਥੇਬੰਦੀਆਂ ਦੇ ਚੱਕੇ ਦੇ ਦੌਰਾਨ, ਇਸ ਚੱਕੇ ਜਾਮ ਦੇ ਦੌਰਾਨ ਟਰਾਂਸਪੋਰਟਰਾਂ ਨੇ, ਮੁਲਾਜ਼ਮਾਂ ਨੇ, ਵਿਦਿਆਰਥੀਆਂ ਨੇ, ਨੌਜਵਾਨਾਂ ਨੇ, ਸਾਹਿਤਕਾਰਾਂ ਨੇ, ਰੰਗ ਕਰਮੀਆਂ ਨੇ, ਵਪਾਰੀਆਂ ਨੇ ਜਾਣਕਾਰੀ ਦੇ ਮੁਤਾਬਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ। ਤੇ ਉਧਰ ਆਲ ਇੰਡੀਆ ਕਾਂਗਰਸ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵਰਕਿੰਗ ਗਰੁੱਪ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਨੇ ਜਗਮੋਹਨ ਸਿੰਘ ਪਟਿਆਲਾ, ਉਹਨਾਂ ਨੇ ਦੱਸਿਆ ਕਿ ਅੰਦੋਲਨ ਦਾ 36ਵਾਂ ਦਿਨ ਸੀ, ਚੱਕਾ ਜਾਮ ਸੀ। ਭਾਰਤ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ ਵੱਡੇ ਇਕੱਠਾਂ ਨੇ ਇਹ ਸਾਬਤ ਕਰ ਦਿੱਤਾ ਕਿ ਜਿਹੜਾ 26 ਅਤੇ 27 ਨਵੰਬਰ ਨੂੰ ਦਿੱਲੀ ਦੇ ਵਿੱਚ ਅਣਮਿੱਥੇ ਸਮੇਂ ਲਈ ਦੇਸ਼ ਪੱਧਰੀ ਇਕੱਠ ਹੋ ਰਿਹਾ ਹੈ, ਪੰਜਾਬ ਤੋਂ ਹੀ ਉਹ 'ਚ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਹੋ ਸਕਦੀ ਹੈ। ਉਹ ਕਹਿੰਦੇ ਵੱਖੋ ਵੱਖ ਥਾਵਾਂ 'ਤੇ ਕਿਸਾਨ ਆਗੂਆਂ ਨੇ ਇਸ ਚੱਲ ਰਹੇ ਸੰਘਰਸ਼, ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਸੰਬੰਧੀ ਲਿਆਂਦਾ ਆਰਡੀਨੈਂਸ, ਉਹਨੂੰ ਵੀ ਇੱਕ ਵੱਡੀ ਚੁਣੌਤੀ ਵਜੋਂ ਵਿਚਾਰਿਆ। ਉਹ ਕਹਿੰਦੇ ਕੇਂਦਰ ਸਰਕਾਰ ਬੇਵਜ੍ਹਾ ਆ ਪ੍ਰਦੂਸ਼ਣ ਦਾ ਦੋਸ਼ ਕਿਸਾਨੀ ਸਿਰ ਮੜ੍ਹ ਰਹੀ ਹੈ। ਉਹ ਕਹਿੰਦੇ ਜਦ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕੁਝ ਹੋਰ ਸੰਸਥਾਵਾਂ ਦਾ ਜਿਹੜਾ ਅਧਿਐਨ ਹੈ ਉਹਦੇ ਅੰਕੜੇ ਤਾਂ ਕੁਝ ਹੋਰ ਦਰਸਾਈ ਜਾਂਦੇ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਅਤੇ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਭਾਰਤ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ, ਉਹਦੇ ਤੋਂ ਬਾਅਦ 18 ਨਵੰਬਰ ਨੂੰ ਪੰਜਾਬ ਭਵਨ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਹੈ, ਪੰਜਾਬ ਕਿਸਾਨ ਭਵਨ, ਉੱਥੇ 30 ਕਿਸਾਨ ਜਥੇਬੰਦੀਆਂ ਦਿੱਲੀ ਜਾਣ ਸੰਬੰਧੀ ਇੱਕ ਮੀਟਿੰਗ ਕਰਨਗੀਆਂ ਕਿ ਤਿਆਰੀਆਂ ਕਿਵੇਂ ਕਰਨੀਆਂ ਨੇ। ਇਸ ਚੱਕੇ ਜਾਮ ਦੇ ਦੌਰਾਨ ਕਿਸਾਨ ਆਗੂਆਂ ਦੇ ਐਲਾਨਾਂ ਦੇ ਉਪਰੰਤ ਜਿਹੜੇ ਨਿੱਜੀ ਮਾਲਕੀ ਵਾਲੇ ਡੀਲਰ ਨੇ ਨਾ,
ਉਹਨਾਂ ਨੇ ਰਿਲਾਇੰਸ ਪੰਪਾਂ ਨੂੰ ਖਾਲੀ ਕਰ ਦਿੱਤਾ ਹੈ। ਅੰਬਾਨੀਆਂ ਦੀ ਮਾਲਕੀ ਵਾਲੇ ਰਿਲਾਇੰਸ ਪੰਪ ਨੇ ਜਿਹੜੇ ਭਾਜਪਾ ਆਗੂਆਂ ਦੇ ਘਰ ਨੇ, ਟੋਲ ਪਲਾਜ਼ੇ ਨੇ, ਰੇਲਵੇ ਸਟੇਸ਼ਨ ਨੇ, ਤੇ ਇਹਨਾਂ ਦੇ ਉੱਤੇ ਉਹ ਕਹਿੰਦੇ ਜਿਹੜੇ ਕਿਸਾਨੀ ਮੋਰਚੇ ਜਾਰੀ ਰਹਿਣਗੇ। ਹੁਣ ਵੱਡੀ ਗਿਣਤੀ ਦੇ ਵਿੱਚ ਇਹ ਜਿੰਨਾ ਵੀ ਚੱਕਾ ਜਾਮ ਸੀ, ਜਿੱਥੇ ਜਿੱਥੇ ਵੀ ਸੰਘਰਸ਼ ਸੀ, ਉੱਥੇ ਵੱਡੀ ਗਿਣਤੀ ਵਿੱਚ ਬੀਬੀਆਂ ਦੀ ਸ਼ਮੂਲੀਅਤ ਸੀ। ਖਾਸ ਤੌਰ ਤੇ ਕਈਆਂ ਥਾਵਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਇਕੱਲੀਆਂ ਬੀਬੀਆਂ ਹੀ ਨਹੀਂ ਗਈਆਂ, ਸਗੋਂ ਬੀਬੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਕੇਂਦਰ ਸਰਕਾਰ ਦੇ ਇਹ ਲੋਕ ਮਾਰੂ ਫੈਸਲਿਆਂ ਦੇ ਖਿਲਾਫ ਸੰਘਰਸ਼ ਦੇ ਵਿੱਚ ਉਹ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਆਦਮੀਆਂ ਦੇ ਨਾਲ। ਬਹੁਤ ਸਾਰੀਆਂ ਬੀਬੀਆਂ, ਮਾਵਾਂ ਆਪਣੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਇਸ ਸੰਘਰਸ਼ ਦਾ ਹਿੱਸਾ ਬਣੀਆਂ ਨੇ। ਤੇ ਉਧਰ ਦੂਸਰੇ ਪਾਸੋਂ ਖਬਰ ਇਹ ਵੀ ਮਿਲੀ ਹੈ ਕਿ ਜੈ ਕਿਸਾਨ ਅੰਦੋਲਨ ਦੇ ਕਨਵੀਨਰ ਅਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਵਰਕਿੰਗ ਮੈਂਬਰ ਨੇ ਜੋਗਿੰਦਰ ਯਾਦਵ, ਉਹ ਵੀ ਕਹਿੰਦੇ 500 ਦੇ ਕਰੀਬ ਕਿਸਾਨ ਜਥੇਬੰਦੀਆਂ ਦੇ ਅੱਜ ਖੇਤੀ ਕਾਨੂੰਨਾਂ ਦੇ ਖਿਲਾਫ ਰੱਜ ਕੇ ਰੋਸ ਮੁਜ਼ਾਹਰਾ ਕੀਤਾ ਹੈ। ਕਹਿੰਦੇ ਇਸ ਰੋਸ ਮੁਜ਼ਾਹਰੇ ਨੇ ਨਾ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਤੀਆਂ। ਅਸਲ ਦੇ ਵਿੱਚ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਸੰਗਰੂਰ ਕੌਮੀ ਮਾਰਗ ਉੱਤੇ ਪਿੰਡ ਗੋਬਿੰਦਪੁਰਾ ਦੇ ਕੋਲ ਲਾਏ ਗਏ ਇੱਕ ਧਰਨੇ ਦੇ ਵਿੱਚ ਉਚੇਚੇ ਤੌਰ ਤੇ ਪਹੁੰਚੇ ਸੀ। ਜੋਗਿੰਦਰ ਯਾਦਵ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੋਣਾ ਹੈ ਜਦੋਂ ਕਿਸਾਨ ਇਕਜੁੱਟ ਹੋਇਆ ਹੋਣਾ। ਮੋਦੀ ਸਰਕਾਰ ਤੇ ਬੜੇ ਤਿੱਖੇ ਹਮਲੇ ਕੀਤੇ ਜੋਗਿੰਦਰ ਯਾਦਵ ਨੇ। ਉਹ ਕਹਿੰਦੇ ਧੱਕੇਸ਼ਾਹੀ ਖਿਲਾਫ ਹੱਥ ਦੀਆਂ ਉਂਗਲਾਂ ਹੁਣ ਘੁਸੁੰਨ ਬਣ ਚੁੱਕੀਆਂ ਨੇ। ਉਹ ਕਹਿੰਦੇ ਕਿਸਾਨੀ ਘੋਲ ਕਰਕੇ ਬਣੇ ਦਬਾਅ ਦਾ ਹੀ ਨਤੀਜਾ ਹੈ ਕਿ ਅਕਾਲੀਆਂ ਨੂੰ ਕੇਂਦਰ ਦੇ ਵਿੱਚੋਂ ਵਜ਼ੀਰੀ ਛੱਡਣੀ ਪਈ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜਾ ਮਹਿਲ ਦੇ ਵਿੱਚੋਂ ਨਿਕਲ ਕੇ ਆਪਣੇ MLA ਨੂੰ ਨਹੀਂ ਸੀ ਮਿਲਦਾ, ਕੱਲ੍ਹ ਕਹਿੰਦੇ ਜੰਤਰ ਮੰਤਰ ਤੇ ਬੈਠਣ ਵਾਸਤੇ ਮਜਬੂਰ ਹੋਇਆ। ਇਹ ਕਿਸਾਨੀ ਸੰਘਰਸ਼ ਦਾ ਨਤੀਜਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਕੇਂਦਰ ਸਰਕਾਰ ਕੋਈ ਗੱਲਬਾਤ ਦਾ ਰਾਹ ਪੱਧਰਾ ਕਰਦੀ ਹੈ ਇਸ ਇੱਕ ਦਿਨ ਦੇ 4 ਘੰਟਿਆਂ ਦੇ ਚੱਕੇ ਜਾਮ ਤੋਂ ਬਾਅਦ, ਜਾਂ ਫਿਰ ਹਾਲੇ ਵੀ ਉਹ ਘੁੱਗੂ ਵੱਟਾ ਬਣ ਕੇ ਬੈਠੀ ਰਹੇਗੀ। ਅਗਲੀ ਖਬਰ ਬੜੀ ਇੰਪੋਰਟੈਂਟ ਖਬਰ ਹੈ। ਬੀਤੇ ਕਈ ਦਿਨਾਂ ਤੋਂ ਇਹ ਖਬਰਾਂ ਸੀ ਕਿ ਪੰਜਾਬ ਕਾਂਗਰਸ ਦੇ ਜਿੰਨੇ ਵੀ ਸੰਸਦ ਮੈਂਬਰ ਨੇ, ਉਹ ਸੰਸਦ ਮੈਂਬਰ ਕਾਂਗਰਸੀ ਦਿੱਲੀ ਦੇ ਵਿੱਚ ਬੈਠੇ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਵਿੱਤ ਮੰਤਰੀ ਨੂੰ ਮਿਲੋ, ਖੇਤੀਬਾੜੀ ਮੰਤਰੀ ਨੂੰ ਮਿਲੋ, ਰੇਲ ਮੰਤਰੀ ਨੂੰ ਮਿਲੋ, ਤੇ ਹੋਰ ਜੇ ਕੋਈ ਮੰਤਰੀ ਮਿਲਦਾ ਤੇ ਮਿਲੋ। ਆਨਾਕਾਨੀ ਕੀਤੀ ਜਾ ਰਹੀ ਸੀ, ਸਮਾਂ ਦਿੱਤਾ ਨਹੀਂ ਸੀ ਜਾ ਰਿਹਾ। ਆਖਰਕਾਰ ਆ ਜਿਹੜਾ ਅੱਜ ਲੰਘ ਗਿਆ, ਸਮਾਂ ਨਿਰਧਾਰਤ ਹੋ ਗਿਆ ਸੀ ਕਿ ਰੇਲ ਮੰਤਰੀ ਦੇ ਨਾਲ ਇਹਨਾਂ ਸੰਸਦ ਮੈਂਬਰਾਂ ਦੀ ਮੀਟਿੰਗ ਹੋਵੇਗੀ। ਤਾਂ ਤੁਹਾਨੂੰ ਯਾਦ ਹੋਣਾ ਜਿਸ ਤਰ੍ਹਾਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਕੁਝ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਦੀ ਗਿਣਤੀ 7 ਸੀ, ਉਹ ਜਦੋਂ ਕੇਂਦਰ ਦੇ ਵੱਲੋਂ ਦਿੱਤੇ ਸੱਦੇ ਨੂੰ, ਦੂਸਰੇ ਸੱਦੇ ਨੂੰ ਪ੍ਰਵਾਨ ਕਰਕੇ ਮਿਲਣ ਗਏ ਸੀ, ਮੀਟਿੰਗ ਵਿੱਚੋਂ ਉਹਨਾਂ ਨੇ ਵੀ ਵਾਕਆਊਟ ਕੀਤਾ ਸੀ ਤੇ ਹੁਣ ਵਾਕਆਊਟ ਸੰਸਦ ਮੈਂਬਰਾਂ ਨੂੰ ਕਰਨਾ ਪੈ ਗਿਆ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਦੀ ਮੰਗ ਹੈ। ਕੇਂਦਰੀ ਰੇਲ ਮੰਤਰੀ ਨੇ ਪਿਊਸ਼ ਗੋਇਲ, ਉਹਨਾਂ ਨੂੰ ਮਿਲਣ ਵਾਸਤੇ ਇਹ ਕਾਂਗਰਸ ਦੇ ਸੰਸਦ ਮੈਂਬਰ ਗਏ, ਪਰ ਮਾਹੌਲ ਕਹਿੰਦੇ ਤਲਖੀ ਵਾਲਾ ਸੀ। ਗੱਲ ਕਿਸੇ ਤਣ ਪੱਤਣ ਨਾ ਲੱਗਦੀ ਵੇਖ ਕੇ ਇਸ ਮੀਟਿੰਗ ਦੇ ਵਿੱਚੋਂ ਇਹਨਾਂ ਸੰਸਦਾਂ ਨੇ ਵਾਕਆਊਟ ਕੀਤਾ। ਸੰਸਦ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਲਿਖਤੀ ਚਿੱਠੀ ਵੀ ਨਾਲ ਲੈ ਕੇ ਗਏ ਸੀ। ਜਦ ਗੱਲ ਸਿਰੇ ਨਾ ਲੱਗੀ ਤੇ ਫਿਰ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਹੁਣ ਸਮਾਂ ਮੰਗਿਆ ਅਤੇ ਇਸ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਦਿੱਤਾ। ਤੇ ਕਾਂਗਰਸੀ ਸੰਸਦ ਮੈਂਬਰ ਰੇਲ ਮੰਤਰੀ ਵੱਲੋਂ ਲੰਬੀ ਉਡੀਕ ਕਰਵਾਏ ਜਾਣ ਤੋਂ ਕਹਿੰਦੇ ਖਫਾ ਹੋ ਗਏ। ਤੇ ਦੂਸਰੇ ਪਾਸੇ ਭਾਜਪਾ ਦੇ ਕੌਮੀ ਸਕੱਤਰ ਨੇ ਤਰਨ ਚੁੱਘ, ਤੁਹਾਨੂੰ ਪਤਾ ਕਿ ਤਰਨ ਚੁੱਘ ਖਾਸ ਕਰਕੇ ਇਹਨਾਂ ਦਿਨਾਂ 'ਚ ਬੜੇ ਐਕਟਿਵ ਨੇ। ਰੇਲ ਮੰਤਰੀ ਦੇ ਨਾਲ ਮੀਟਿੰਗ ਤੋਂ ਬਾਅਦ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਲਿਖਤੀ ਰੂਪ ਵਿੱਚ ਰੇਲਵੇ ਸੁਰੱਖਿਆ ਦੀ ਗਰੰਟੀ ਦੇਵੇ, ਉਹਦੇ ਤੋਂ ਬਾਅਦ ਰੇਲ ਮੰਤਰੀ ਰੇਲਾਂ ਸ਼ੁਰੂ ਕਰਨ ਦੀ ਗੱਲ ਆਖ ਦੇਣਗੇ। ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਪੰਜਾਬ ਦੇ ਵਿੱਚ ਰੇਲ ਮਾਰਗਾਂ ਦੇ ਉੱਤੇ ਵੱਖੋ-ਵੱਖ ਥਾਵਾਂ ਤੇ ਹਾਲੇ ਧਰਨੇ ਲੱਗੇ ਹੋਏ ਨੇ। ਕਹਿੰਦੇ ਮੇਰੇ ਕੋਲ ਤਸਵੀਰਾਂ ਪਈਆਂ ਨੇ। ਹੁਣ ਇਹ ਨਹੀਂ ਪਤਾ ਕਿ ਤਰਨ ਚੁੱਘ ਅੱਜ ਦੀਆਂ ਹੀ ਤਸਵੀਰਾਂ ਪੱਤਰਕਾਰਾਂ ਨੂੰ ਦਿਖਾ ਰਹੇ ਸੀ ਜਾਂ ਪੁਰਾਣੀਆਂ ਤਸਵੀਰਾਂ ਦਿਖਾ ਰਹੇ ਸੀ, ਕਿਉਂਕਿ ਇਹ ਮੈਂ ਤਾਂ ਦੱਸ ਰਿਹਾ ਕਿ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ ਕਿ ਮਾਲ ਗੱਡੀਆਂ ਨੂੰ ਅਸੀਂ ਬਿਲਕੁਲ ਨਹੀਂ ਰੋਕਾਂਗੇ। ਮਾਲ ਗੱਡੀਆਂ ਨੂੰ ਲਾਂਘਾ ਪਹਿਲਾਂ 4 ਨਵੰਬਰ ਤੱਕ ਤੇ ਫਿਰ 4 ਨਵੰਬਰ ਨੂੰ ਕਿਸਾਨ ਜਥੇਬੰਦੀ ਨੇ ਦੁਬਾਰਾ ਮੀਟਿੰਗ ਕੀਤੀ। ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਮਾਲ ਗੱਡੀਆਂ ਨੂੰ 20 ਨਵੰਬਰ ਤੱਕ ਨਹੀਂ ਰੋਕਿਆ ਜਾਏਗਾ, ਪਰ ਯਾਤਰੂ ਗੱਡੀਆਂ ਨਹੀਂ ਅਸੀਂ ਚੱਲਣ ਦੇਣੀਆਂ। ਪਰ ਤਰਨ ਚੁੱਘ ਪਤਾ ਨਹੀਂ ਕਿਹੜੀਆਂ ਤਸਵੀਰਾਂ ਦਿਖਾ ਰਹੇ ਸੀ। ਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਦੀ ਭਰੀ ਜਾ ਰਹੇ ਨੇ ਕਿ ਭਾਈ ਕਿਸਾਨਾਂ ਨਾਲ ਸਾਡੀ ਗੱਲ ਹੋ ਚੁੱਕੀ ਹੈ, ਤੁਸੀਂ ਰੇਲਾਂ ਚਲਾਉਣ ਦੀ ਗੱਲ ਕਰੋ। ਇੱਕ ਵਾਰੀ ਫਿਰ ਤੋਂ ਪੰਜਾਬ ਸਰਕਾਰ ਨੇ
ਰੇਲਵੇ ਲਾਈਨਾਂ ਤੋਂ ਧਰਨੇ ਚੁਕਾਉਣ ਦੇ ਵਾਸਤੇ ਕੇਂਦਰ ਸਰਕਾਰ ਨੂੰ ਖੁਦ ਭਰੋਸਾ ਦਿੱਤਾ ਹੈ। ਤੇ ਉਧਰ ਰੇਲਵੇ ਦੇ ਚੇਅਰਮੈਨ ਨੇ VK ਯਾਦਵ, ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਸਾਨੂੰ ਭਰੋਸਾ ਦੇ ਦਿਓ ਕਿ ਪ੍ਰਦਰਸ਼ਨਕਾਰੀ ਪੰਜਾਬ ਦੇ ਵਿੱਚ ਜਿਹੜੀਆਂ ਰੇਲ ਲਾਈਨਾਂ ਨੇ ਉਹਨਾਂ ਤੋਂ ਧਰਨਾ ਚੁੱਕ ਦੇਣਗੇ। ਤੇ ਪੰਜਾਬ ਸਰਕਾਰ ਨੇ ਭਰੋਸਾ ਦੇ ਦਿੱਤਾ ਹੈ ਕਿ ਸ਼ੁੱਕਰਵਾਰ ਦੀ ਸਵੇਰ ਤੱਕ ਇਹ ਸਾਰੇ ਧਰਨੇ ਉਠਾ ਦਿੱਤੇ ਜਾਣਗੇ। ਤੇ ਯਾਦਵ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 31 ਥਾਵਾਂ ਤੇ ਰੇਲਵੇ ਲਾਈਨਾਂ ਤੇ ਹਾਲੇ ਧਰਨੇ ਲੱਗੇ ਹੋਏ ਨੇ। ਇਹਨਾਂ ਵਿੱਚੋਂ 14 ਪਹਿਲਾਂ ਹਟਾਏ ਜਾ ਚੁੱਕੇ ਨੇ। ਉਹਨਾਂ ਇਹ ਵੀ ਕਿਹਾ ਕਿ ਸੂਬਾਈ ਅਧਿਕਾਰੀਆਂ ਤੇ RPF ਦੀ ਇੱਕ ਸਾਂਝੀ ਟੀਮ ਬਣਾਈ ਗਈ ਹੈ ਜੋ ਰੇਲ ਲਾਈਨਾਂ ਦੀ ਸੁਰੱਖਿਆ ਨੂੰ ਲੈ ਕੇ ਖੁਦ ਮੌਕੇ ਤੇ ਜਾ ਕੇ ਪਹਿਲਾ ਮੁਆਇਨਾ ਕਰੇਗੀ। ਉਹ ਯਾਦਵ ਤਾਂ ਇਹ ਵੀ ਆਖ ਰਿਹਾ ਸੀ ਕਿ ਪੰਜਾਬ ਸਰਕਾਰ ਨੇ ਸਾਨੂੰ ਆਖਿਆ ਕਿ ਸ਼ੁੱਕਰਵਾਰ ਸਵੇਰ ਤੱਕ ਸਾਰੀਆਂ ਰੇਲ ਲਾਈਨਾਂ ਤੋਂ ਧਰਨੇ ਉਠਾਏ ਜਾਣਗੇ। ਉਹ ਕਹਿੰਦੇ ਜੇ ਇਹ ਧਰਨੇ ਉਠਾ ਦਿੱਤੇ ਗਏ ਤੇ ਫਿਰ ਅਸੀਂ ਸੋਚ ਲੈਂਦੇ ਹਾਂ ਕਿ ਭਾਈ ਰੇਲਾਂ ਚਲਾ ਦਿੱਤੀਆਂ ਜਾਣਗੀਆਂ। ਹੁਣ ਰੇਲ ਮਾਰਗ ਕੰਟਰੋਲ ਦੇ ਅਧੀਨ ਜੋ ਕੁਛ ਆਉਂਦਾ ਹੈ ਉਹ ਉਹਨਾਂ ਦੇ ਹੱਥ ਹੈ, ਪਰ ਕਿਸਾਨ ਇੱਕ ਵਾਰ ਨਹੀਂ ਅਨੇਕਾਂ ਵਾਰ ਆਖ ਚੁੱਕੇ ਹੈ ਕਿ ਸਾਡੇ ਵੱਲੋਂ ਵੱਡੇ ਸੰਘਰਸ਼ ਅਧੀਨ 24 ਸਤੰਬਰ ਤੋਂ ਜਿਹੜੀਆਂ ਰੇਲਾਂ ਬੰਦ ਕੀਤੀਆਂ ਹੋਈਆਂ ਸੀ, ਅਸੀਂ ਮਾਲ ਗੱਡੀਆਂ ਨੂੰ ਲੰਘਣ ਦੇ ਵਿੱਚ ਕੋਈ ਅੜਿੱਕਾ ਨਹੀਂ ਡਾਹਾਂਗੇ। ਪਰ ਦੂਸਰੇ ਪਾਸੇ ਕੇਂਦਰ ਸਰਕਾਰ ਵੱਲੋਂ ਬਦਲਾ ਲਊ ਕਾਰਵਾਈ ਦੇ ਅਧੀਨ 7 ਨਵੰਬਰ ਤੱਕ ਆਖਿਆ ਹੋਇਆ ਸੀ ਕਿ 7 ਨਵੰਬਰ ਤੱਕ ਰੇਲਾਂ ਮੁਅੱਤਲ ਰਹਿਣਗੀਆਂ, ਮੁਲਤਵੀ ਸਾਰੀਆਂ ਰਹਿਣਗੀਆਂ। ਉਹਦੇ ਤੋਂ ਬਾਅਦ ਅਗਲੇ ਹੁਕਮਾਂ ਦੀ ਉਡੀਕ ਕਰਿਓ। ਹੁਣ ਵੇਖਿਆ ਜਾਏਗਾ ਕਿ ਕੀ ਸੱਚਮੁੱਚ ਪਹਿਲਾ ਮੁਆਇਨਾ ਹੋਏਗਾ ਸ਼ੁੱਕਰਵਾਰ ਦੀ ਸਵੇਰ ਤੋਂ ਬਾਅਦ, ਕੀ ਸੱਚਮੁੱਚ ਮੁਆਇਨਾ ਕਰਨ ਤੋਂ ਬਾਅਦ ਰੇਲ ਗੱਡੀਆਂ ਚਲਾ ਦਿੱਤੀਆਂ ਜਾਣਗੀਆਂ। ਹਾਲੇ ਸਮੇਂ ਦੀ ਉਡੀਕ ਕਰਨੀ ਪਏਗੀ। ਤੇ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਨੇ 3 ਨਵੰਬਰ ਨੂੰ, ਕਿਉਂਕਿ ਅਮਰੀਕਾ ਦੇ ਵਿੱਚ ਇਹ ਨਿਰਧਾਰਤ ਕੀਤਾ ਹੋਇਆ ਕਿ ਹਰ 4 ਸਾਲ ਬਾਅਦ, ਹਰੇਕ 4 ਸਾਲਾਂ ਤੋਂ ਬਾਅਦ ਨਵੰਬਰ ਮਹੀਨੇ ਦਾ ਜਿਹੜਾ ਪਹਿਲਾ ਮੰਗਲਵਾਰ ਹੋਵੇਗਾ ਉਦੋਂ ਚੋਣ ਹੋਵੇਗੀ। ਸਾਲ 2016 ਵਿੱਚ ਪਹਿਲਾ ਮੰਗਲਵਾਰ 8 ਨਵੰਬਰ ਦਾ ਸੀ। 2020 ਦੇ ਵਿੱਚ ਭਾਵ ਇਸ ਸਾਲ ਜਿਹੜੀਆਂ ਚੋਣਾਂ ਹੋਈਆਂ ਨੇ ਨਵੰਬਰ ਮਹੀਨੇ ਦਾ ਪਹਿਲਾ ਮੰਗਲਵਾਰ 3 ਨਵੰਬਰ ਦਾ ਸੀ। ਚੋਣਾਂ ਤਾਂ ਹੋ ਗਈਆਂ ਨੇ ਪਰ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਹੈ। ਹੁਣ ਤੱਕ ਦੇ ਜਿਹੜੇ ਨਤੀਜੇ ਜਾਂ ਰੁਝਾਨ ਸਾਹਮਣੇ ਨੇ, ਰਾਸ਼ਟਰਪਤੀ ਚੋਣਾਂ ਦੇ ਵਿੱਚ ਰਿਪਬਲਿਕਨ ਉਮੀਦਵਾਰ ਅਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ, ਇਹਨਾਂ ਦੇ ਵਿਚਕਾਰ ਮੁਕਾਬਲਾ ਹਾਲੇ ਵੀ ਸਖਤ ਹੈ। ਪਰ ਲੋਕਾਂ ਨੂੰ ਇਹ ਉਤਸੁਕਤਾ ਹੈ ਕਿ ਅਗਲਾ ਸਦਰ, ਅਗਲਾ ਰਾਸ਼ਟਰਪਤੀ ਅਮਰੀਕਾ ਦਾ ਕੌਣ ਬਣੇਗਾ। ਸ਼ਾਇਦ ਹਾਲੇ ਕੁਝ ਹੋਰ ਸਮਾਂ ਉਡੀਕ ਕਰਨੀ ਪਏਗੀ, ਕਿਉਂਕਿ ਕੁਝ ਸੂਬਿਆਂ ਦੇ ਅੰਤਮ ਨਤੀਜੇ ਆਉਣੇ ਹਲੇ ਬਾਕੀ ਨੇ। ਪਰ ਕੁੱਲ ਮਿਲਾ ਕੇ ਜੇਕਰ ਹੁਣ ਤੱਕ ਦੇ ਰੁਝਾਨ ਜਾਂ ਨਤੀਜੇ ਜਿਹੜੇ ਸਾਹਮਣੇ ਪਏ ਆ ਉਹਨਾਂ ਦੇ ਮੁਤਲਕ ਗੱਲ ਕਰਨੀ ਹੋਵੇ ਤਾਂ ਲੱਗਦਾ ਹੈ ਕਿ ਇਸ ਵਕਤ ਜੋ ਬਾਈਡਨ ਵਾਸਤੇ ਰਾਸ਼ਟਰਪਤੀ ਦੀ ਚੋਣ ਜਿੱਤਣੀ ਰਾਸ਼ਟਰਪਤੀ ਟਰੰਪ ਦੇ ਨਾਲੋਂ ਸੁਖਾਲੀ ਲੱਗ ਰਹੀ ਹੈ, ਭਾਵ ਉਹਨਾਂ ਦਾ ਹੱਥ ਉੱਪਰ ਹੈ। ਇਹਨਾਂ ਸੂਬਿਆਂ ਦੇ ਵਿੱਚ ਕੋਵਿਡ-19 ਮਹਾਮਾਰੀ ਕਾਰਨ ਡਾਕ ਰਾਹੀਂ ਬਹੁਤ ਸਾਰੀਆਂ ਵੋਟਾਂ ਪਈਆਂ ਸੀ, ਜਿਨ੍ਹਾਂ ਦੀ ਗਿਣਤੀ ਹਾਲੇ ਜਾਰੀ ਹੈ। ਜਿਹੜੀਆਂ ਤਾਜ਼ਾ ਰਿਪੋਰਟਸ ਮਿਲ ਰਹੀਆਂ ਨੇ ਉਸ ਦੇ ਮੁਤਾਬਕ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਤੋਂ 2 ਦਿਨ ਬਾਅਦ, ਭਾਵ ਅੱਜ ਤੱਕ 264 ਇਲੈਕਟੋਰਲ ਵੋਟਾਂ ਜਿਹੜੀਆਂ ਕਿ 270 ਚਾਹੀਦੀਆਂ ਨੇ, ਉਹਨਾਂ ਚੋਂ 264 ਜੋ ਬਾਈਡਨ ਦੇ ਹੁਣ ਤੱਕ ਖਾਤੇ ਵਿੱਚ ਨੇ, ਜਿਹੜੇ ਜਿੱਤ ਦੇ ਬਿਲਕੁਲ ਨੇੜੇ ਨੇ। ਜੇ ਇੱਕ ਸਟੇਟ ਦੇ ਵਿੱਚੋਂ ਵੀ ਉਹ ਹੋਰ ਜੇਤੂ ਹੋ ਜਾਂਦੇ ਨੇ, ਭਾਵੇਂ ਨਿਵਾਡਾ, ਤਾਂ ਉਹ ਰਾਸ਼ਟਰਪਤੀ ਚੁਣੇ ਜਾਣਗੇ। ਤੇ ਦੂਸਰੇ ਪਾਸੇ ਰਾਸ਼ਟਰਪਤੀ ਟਰੰਪ ਦੇ ਕੋਲ ਹੁਣ ਤੱਕ 214 ਇਲੈਕਟੋਰਲ ਵੋਟਸ ਨੇ। 4 ਸੂਬੇ ਨੇ ਜਿਨ੍ਹਾਂ ਨੇ ਜਿੱਤ ਹਾਰ ਟਰੰਪ ਦੀ ਜਾਂ ਬਾਈਡਨ ਦੀ ਨਿਰਧਾਰਤ ਕਰਨੀ ਹੈ: ਜਾਰਜੀਆ, ਪੈਨਸਿਲਵੇਨੀਆ, ਨਾਰਥ ਕੈਰੋਲੀਨਾ ਅਤੇ ਨੇਵਾਡਾ। ਇਹਨਾਂ ਦੇ ਜਿਹੜੀ ਗਿਣਤੀ ਚੱਲ ਰਹੀ ਆ, ਅਸਲ ਦੇ ਵਿੱਚ 2 ਤਰੀਕੇ ਨਾਲ ਲੋਕ ਇਸ ਵਕਤ ਘਾਤ ਲਈ ਬੈਠੇ ਆ, ਰੀਝ ਲਈ ਬੈਠੇ ਆ। ਉਹਦਾ ਕਾਰਨ ਹੈ ਕਿ ਰਾਸ਼ਟਰਪਤੀ ਟਰੰਪ ਆਪਣੇ ਸਮਰਥਕਾਂ ਨੂੰ ਪਹਿਲਾਂ ਹੀ ਇਹ ਕਹਿੰਦੇ ਰਹੇ ਕਿ ਤੁਸੀਂ ਮੇਲ ਇਨ ਬੈਲਟ ਜਾਂ ਐਡਵਾਂਸ ਪੋਲਿੰਗ ਘੱਟ ਕਰਿਓ, ਭਾਵ 3 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਵਾਸਤੇ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲਿਓ। ਦੂਸਰੇ ਪਾਸੇ ਡੈਮੋਕ੍ਰੇਟਸ ਆਪਣੇ ਸਮਰਥਕਾਂ ਨੂੰ ਇਹ ਕਹਿੰਦੇ ਰਹੇ ਕਿ ਹੋ ਸਕਦਾ ਕਿ ਉਸ ਦਿਨ ਕੋਵਿਡ-19 ਕਾਰਨ ਲਾਈਨਾਂ ਲੰਬੀਆਂ ਲੱਗਣ, ਤੁਸੀਂ ਕੋਵਿਡ-19 ਦੇ ਬਚਾਅ ਦੇ ਕਾਰਨ ਜਾਂ ਤਾਂ ਮੇਲ ਇਨ ਬੈਲਟ ਰਾਹੀਂ ਵੋਟ ਪਾ ਦਿਓ ਜਾਂ ਐਡਵਾਂਸ ਵੋਟ ਪਾ ਦਿਓ। ਹੁਣ ਜਿਹੜੀਆਂ ਵੋਟਾਂ ਗਿਣੀਆਂ ਜਾ ਰਹੀਆਂ ਨੇ, ਇਹ ਜਿਹੜੀਆਂ 3 ਨਵੰਬਰ ਨੂੰ ਪਈਆਂ ਨੇ ਉਹ ਵੋਟਾਂ ਨਹੀਂ, ਇਹ ਵੋਟਾਂ ਜਾਂ ਤਾਂ ਮੇਲ ਇਨ ਬੈਲਟ ਵਾਲੀਆਂ ਨੇ। ਹੁਣ ਜੇ ਮੇਲ ਇਨ ਬੈਲਟ ਵਾਲੀਆਂ ਵੋਟਸ ਦੇ ਲਈ ਰਾਸ਼ਟਰਪਤੀ ਟਰੰਪ ਆਪਣੇ ਸਮਰਥਕਾਂ ਨੂੰ ਕਹਿੰਦੇ ਰਹੇ ਨੇ ਕਿ ਤੁਸੀਂ ਨਾ ਪਾਇਓ, ਹੋ ਸਕਦਾ ਹੈ
कि ये ज़्यादा वोटां जो बाइडेन के खाते में आने वाली वोटां होण, पर हाल की घड़ी कुछ नहीं आख्या जा सकता। जिथे पहलां 7-7 लाख के फर्क नाल राष्ट्रपति ट्रंप अगे चल रहे सी, जदों तो आ मेल इन बैल्ट वाली वोटां गिणियां जाण लगियां ने, उदों तो लैके वो फर्क निकलदा 3 लाख 3 तो हुंदा 1.5 लाख तो हुंदा 50,000 तो हुंदा 25,000 तक आ गया। वोटां की गिणती जारी है। उम्मीद है कि किसी वक्त भी ऐलान किसी भी उम्मीदवार की जित जां हार दा हो सकता है। पर 3 सूबियां दे विच राष्ट्रपति ट्रंप ने कि वोटां दे विच घपला है, अदालत का दरवाजा खड़का दिता है। पर बहुत सारे जिहड़े कानूनी माहर ने वो दस रहे हैं कि राष्ट्रपति ट्रंप का अदालत का दरवाजा खड़काउणा कोई कानूनी आधार बनता नहीं, क्योंकि उन्हां कोल कोई पुख्ता सबूत नहीं ने। पर राष्ट्रपति ट्रंप चोणां तो पहलां भी कहते रहे, चोणां वाले दिन भी कहते रहे कि मैं कानूनी माहर सद लए ने, वकीलों की टीम मेरे कोल आ, मैं सुप्रीम कोर्ट तक जावांगा। हुण वेखदे हां कि नतीजे मन्ने जाणगे जां अदालती चक्कर विच अमरीका के सदर की चोण पवेगी। पर अमरीका के इतिहास कई सिरजे जा चुके हैं। 1900 तो बाद 120 वरियां के बाद अमरीका दे विच सब तो वध लोगों ने वोट पाई है। 120 सालों तो बाद इन्नी वड्डी गिणती विच लोग अपने घरों तो वोट पाउण वास्ते बाहर निकले। दूसरा इतिहास ये कि जे अज तक हुण तक जिहड़ियां वोटां गिणियां जा चुकी ने, उसके मुताबिक हुण तक दीयां वोटां जेकर सब तो वध किसी नूं पॉपूलर वोटां मिलियां ने, तां हुण तक वो जो बाइडेन ने राष्ट्रपति ओबामा का रैकड भी वो ब्रेक कर गए है। तो अगला एक इतिहास होर बन सकता है। सो जेकर राष्ट्रपति ट्रंप चुने जाते हैं फिर तो गल वखरी है। जे राष्ट्रपति ट्रंप ये चोण हार जाते हैं तो 1992 तो बाद ये पहली बारी होगा कि जिहड़ा दूसरी पारी जित नहीं सकिया। 1992 दे विच बुश दूसरी टर्म जित नहीं सी सके, तो हो सकता है कि राष्ट्रपति ट्रंप 1992 तो बाद पहले फिर इस तरह के एक अमरीकी सदर होण जिहड़ी दूसरी टर्म जितण दे विच ना कामयाब रहे। पर हाले ये गल समय तो पहलां दी है। हुण अगली खबर, अमरीका दे विच सिर्फ सीधा यही नहीं कि राष्ट्रपति की चोण होंदी है, सैनेटर भी चुने जाते हैं, उपरले ते हेठले सदन दीयां चोणां भी नाल ही होंदियां ने। हुण इस राष्ट्रपति चोणां दे नाल नाल सूबियां दे विच चोणां जिहड़ियां दूसरियां होईयां ने, उन्हां दे विच 5 औरतां समेत 1 दर्जन तो वध भारतीयां ने जित दर्ज कर दी है। भारतीय अमरीकी हलकिਆਂ ਦੇ ਵਿੱਚ ਅਜਿਹਾ ਪਹਿਲੀ ਵਾਰੀ ਹੋਇਆ। ਇਸ ਤੋਂ ਪਹਿਲਾਂ 4 ਭਾਰਤੀ ਮੂਲ ਦੇ ਉਮੀਦਵਾਰ ਡਾਕਟਰ ਐਮੀ ਬੇਰਾ, ਪ੍ਰਿਮਰਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾ ਮੂਰਤੀ ਅਮਰੀਕੀ ਕਾਂਗਰਸ ਦਾ ਜਿਹੜਾ ਹੇਠਲਾ ਸਦਨ ਹੈ ਹਾਊਸ ਆਫ ਰੀਪ੍ਰੈਜ਼ੈਂਟੇਟਿਵ ਲਈ ਮੁੜ ਚੁਣੇ ਗਏ ਨੇ। ਤੇ ਦੂਸਰੇ ਪਾਸੇ ਭਾਰਤੀ ਮੂਲ ਦੇ ਘੱਟ ਤੋਂ ਘੱਟ 3 ਅਜਿਹੇ ਉਮੀਦਵਾਰ ਨੇ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਹਾਲੇ ਹੋਣਾ ਬਾਕੀ ਹੈ। ਇਹਨਾਂ ਵਿੱਚੋਂ ਇੱਕ ਹਾਊਸ ਆਫ ਰੀਪ੍ਰੈਜ਼ੈਂਟੇਟਿਵ ਲਈ ਮੈਦਾਨ ਵਿੱਚ ਹੈ। सूबाई विधायकों लिए भारतीय मूल ਦੀਆਂ 5 औरतां चुनिया गई ने। उन्हां विच न्यूयॉर्क विधान सभा ਲਈ जैनीफर राजकुमार, कंटकी ਲਈ नीमा कुलकर्णी, वरमोंट ਲਈ केशा राम, वाशिंगटन वास्ते वंदना सलीटर ਅਤੇ मिशीगन ਲਈ पद्म कुप्पा शामिल ने। इस दे नाल ही नीरजा अंटानी ओहाइयो सूबे तो सैनट ਲਈ चुनी जा चुकी है। जय चौधरी नॉर्थ कैरोलिना ਲਈ, एरीजोना ਲਈ हमेशा, पेनसिल्वेनिया ਲਈ निखल ਤੇ ਮਿਸ਼ੀਗਨ ਲਈ ਰਾਜੀਵਪੁਰੀ, ਨਿਊਯਾਰਕ ਸੈਨਟ ਲਈ ਜਰਮੀ ਕੋਨੀ, ਜਦੋਂ ਕਿ ਕੈਲੀਫੋਰਨੀਆ ਲਈ ਆਸ਼ਿਕ ਕਾਲੜਾ ਚੁਣੇ ਜਾ ਚੁੱਕੇ ਨੇ। ਇਹਦੇ ਨਾਲ ਅਮਰੀਕਾ ਦੇ ਵਿੱਚ ਇੱਕ ਹੋਰ ਇਤਿਹਾਸ ਸ਼ਾਇਦ ਸਿਰਜਿਆ ਜਾਵੇ। ਜੇਕਰ ਜੋ ਬਾਈਡਨ ਰਾਸ਼ਟਰਪਤੀ ਬਣਦੇ ਨੇ ਤਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਬਣਨ ਵਾਲੀ ਕਮਲਾ ਹੈਰਿਸ ਪਹਿਲੀ ਉਹ ਔਰਤ ਹੋਣਗੇ ਜਿਹੜੀ ਭਾਰਤੀ ਅਮਰੀਕੀ ਮੂਲ ਦੇ ਹੋਣਗੇ। ਸੋ ਪਰ ਇਹ ਇਤਿਹਾਸ ਕੀ ਸਿਰਜਿਆ ਜਾਂਦਾ ਹੈ ਜਾਂ ਨਹੀਂ, ਇਹਦੀ ਹਲੇ ਉਡੀਕ ਕਰਨੀ ਪਏਗੀ। ਅਗਲੀ ਖਬਰ, ਰਵਨੀਤ ਬਿੱਟੂ ਜਿਹੜੇ ਲੁਧਿਆਣੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਨੇ, ਉਹਨਾਂ ਦੀ ਟਿੱਪਣੀ ਦੇ ਉੱਤੇ ਮਨਜੀਤ ਸਿੰਘ ਜੀਕੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਬਹੁਤ ਭੜਕੇ ਆ। ਰਵਨੀਤ ਬਿੱਟੂ ਨੇ ਦਰਅਸਲ ਕੇਂਦਰੀ ਮੰਤਰੀ ਨੇ ਹਰਦੀਪ ਸਿੰਘ ਪੁਰੀ ਨੂੰ ਰਵਨੀਤ ਬਿੱਟੂ ਕਹਿੰਦਾ ਉਹ ਨਕਲੀ ਸਿੱਖ ਹੈ। ਜਦੋਂ ਨਕਲੀ ਸਿੱਖ ਆਖਿਆ, ਇਹਦੇ ਤੇ ਜਾਗੋ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਤਿੱਖੀ ਟਿੱਪਣੀ ਕੀਤੀ ਹੈ। ਉਹ ਕਹਿੰਦੇ ਬਿੱਟੂ ਨੂੰ ਬੋਲਣ ਦੀ ਨਸੀਹਤ ਦਿੱਤੀ ਜਾਣੀ ਚਾਹੀਦੀ ਹੈ। ਅਸਲ ਦੇ ਵਿੱਚ ਮਨਜੀਤ ਸਿੰਘ ਜੀਕੇ ਨੇ ਬਿੱਟੂ ਨੂੰ ਫਿਰ ਹੁਣ ਮੋੜਵਾਂ ਸਵਾਲ ਕੀਤਾ ਹੈ। ਉਹ ਕਹਿੰਦੇ ਭਾਈ ਮੈਨੂੰ ਇਹ ਦੱਸ ਤੂੰ ਕਿਹੜੀ ਹੈਸੀਅਤ ਦੇ ਨਾਲ ਕਿਸੇ ਨੂੰ ਸਿੱਖੀ ਦਾ ਪ੍ਰਮਾਣ ਪੱਤਰ ਵੰਡ ਰਿਹਾ। ਮਨਜੀਤ ਸਿੰਘ ਜੀਕੇ ਕਹਿੰਦੇ
मैं तैनूं याद दिवाउणा चाहुंदा है कि तेरे दादा बेअंत सिंह का कतल होया सी। क्यों होया सी कहंदे तैनूं भी पता होना, क्योंकि कहंदे बेअंत सिंह ते हज़ारां सिख नौजवानों नूं नकली पुलिस मुकाबलिਆਂ ਦੇ ਵਿੱਚ, झूठे पुलिस मुकाबलिਆਂ ਦੇ ਵਿੱਚ कतलेआम करन दे गंभीर इल्जाम सी। मनजीत सिंह जीके ने बिट्टू नूं ਇਹ ਵੀ ਪੁੱਛ ਲਿਆ कि की बिट्टू बेगना सिखां नूं मारन वाले अपने दादे नूं ਅਤੇ खुद नूं असली सिख ਮੰਨਦੇ ਆ। ਉਹ ਕਹਿੰਦੇ ਜਦੋਂ ਸਮੁੱਚਾ ਸਿੱਖ ਭਾਈਚਾਰਾ ਇਸ ਗੱਲ ਤੇ ਸਹਿਮਤ ਹੈ ਕਿ ਬੇਅੰਤ ਸਿੰਘ ਸਿੱਖਾਂ ਦਾ ਕਾਤਲ ਸੀ, ਤਾਂ ਫਿਰ ਉਹ ਕਹਿੰਦੇ ਮੋਦੀ ਕੈਬਨਿਟ ਦੇ ਵਿੱਚ ਇਕਲੌਤੇ ਸਿੱਖ ਮੰਤਰੀ ਨੇ ਹਰਦੀਪ ਸਿੰਘ ਪੁਰੀ। ਉਹ ਕਹਿੰਦੇ ਫਿਰ ਬਿੱਟੂ ਕੋਲ ਇਸ ਤਰ੍ਹਾਂ ਦੀ ਕਿਹੜੀ ਗਿੱਦੜ ਸਿੰਘੀ ਹੈ, ਕਿਹੜਾ ਪ੍ਰਮਾਣ ਪੱਤਰ ਹੈ ਕਿਸੇ ਨੂੰ ਅਸਲੀ ਤੇ ਕਿਸੇ ਨੂੰ ਨਕਲੀ ਸਿੱਖ ਦੱਸੇ। ਉਹ ਕਹਿੰਦੇ ਕਾਂਗਰਸ ਦੀ ਜਿਹੜੀ ਮਾਨਸਿਕਤਾ ਉਹ ਸਿੱਖ ਵਿਰੋਧੀ ਹੈ। ਜੇ ਕਿਸੇ ਸਿੱਖ ਨੂੰ ਬਰਦਾਸ਼ਤ ਕਰਨ ਨੂੰ ਉਹ ਤਿਆਰ ਨਹੀਂ, ਜੇਕਰ ਕਹਿੰਦੇ ਉਹਨਾਂ ਦੀ ਨਾਰਾਜ਼ਗੀ ਕੇਂਦਰ ਸਰਕਾਰ ਦੇ ਨਾਲ ਹੈ, ਹਰਦੀਪ ਸਿੰਘ ਪੁਰੀ ਦੇ ਨਾਲ ਹੈ, ਉਹ ਖੁੱਲ੍ਹ ਕੇ ਬੋਲ ਸਕਦੇ ਆ ਕਿਉਂਕਿ ਬੋਲਣ ਲਈ ਉਹ ਆਜ਼ਾਦ ਹੈ ਤੇ ਬੋਲਣ ਦੀ ਆਜ਼ਾਦੀ ਹੈ। ਪਰ ਕਿਸੇ ਨੂੰ ਅਸਲੀ ਜਾਂ ਨਕਲੀ ਸਿੱਖ ਦਾ ਪ੍ਰਮਾਣ ਪੱਤਰ ਵੰਡਣਾ, ਇਹ ਬਿੱਟੂ ਮੈਨੂੰ ਦੱਸੇ ਕਹਿੰਦੇ ਵੀ ਉਹਦੇ ਕੋਲ ਕਿਹੜਾ ਮੀਟਰ ਹੈ ਜਿਹੜਾ ਉਹ ਲਾ ਕੇ ਦੇਖਦੇ ਆ ਕਿ ਆਹ ਸਿੱਖ ਅਸਲੀ ਹੈ ਤੇ ਆਹ ਸਿੱਖ ਨਕਲੀ ਹੈ। ਹੁਣ ਵੇਖਦੇ ਆ ਕਿ ਇਹਦਾ ਮੋੜਵਾਂ ਜਵਾਬ ਰਵਨੀਤ ਸਿੰਘ ਬਿੱਟੂ ਕੋਈ ਦਿੰਦੇ ਆ ਜਾਂ ਨਹੀਂ। ਅਗਲੀ ਖਬਰ ਹੈ ਕਹਿੰਦੇ ਵੀ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੋ ਗਿਆ। ਹੁਣ ਇਹ ਅਰਨਬ ਗੋਸਵਾਮੀ ਆਖ ਰਹੇ ਨੇ, ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ ਨੇ। ਤੁਹਾਨੂੰ ਵੀ ਪਤਾ ਹੋਣਾ ਕਿ ਖਾਸਮ ਖਾਸ ਇੱਕ ਪਾਰਟੀ ਹੈ ਜਿਹਦੇ ਹੱਕ ਵਿੱਚ ਖੁੱਲ੍ਹ ਕੇ ਪ੍ਰਚਾਰ ਕਰਦੇ ਆ। ਪਰ ਹੁਣ ਅਰਨਬ ਗੋਸਵਾਮੀ ਦੀਆਂ ਮੁਸ਼ਕਲਾਂ ਘਟਦੀਆਂ ਨਹੀਂ ਸਗੋਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਬੰਬੇ ਹਾਈ ਕੋਰਟ ਤੋਂ ਅਰਨਬ ਨੂੰ ਅੱਜ ਰਾਹਤ ਨਹੀਂ ਮਿਲੀ, ਉਮੀਦ ਸੀ ਕਿ ਮਿਲੇਗੀ। ਜ਼ਮਾਨਤ ਅਰਜੀ ਤੇ ਅਗਲੀ ਸੁਣਵਾਈ ਭਾਵ ਕੱਲ੍ਹ ਸ਼ੁੱਕਰਵਾਰ ਦੁਪਹਿਰ 3 ਵਜੇ ਦੀ ਪਾ ਦਿੱਤੀ ਗਈ ਹੈ। ਅਰਨਬ ਗੋਸਵਾਮੀ ਤੇ ਦੱਸਣਾ ਬਣਦਾ ਹੈ ਕਿ ਇੱਕ ਇੰਟੀਰੀਅਰ ਡਿਜ਼ਾਈਨਰ ਨੂੰ ਕਥਿਤ ਤੌਰ ਤੇ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਲੱਗੇ ਸੀ ਤੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਬੰਬੇ ਹਾਈ ਕੋਰਟ ਦੇ ਵਿੱਚ ਇਸ ਦੇ ਖਿਲਾਫ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ। ਉਹਨਾਂ ਨੇ ਮਹਾਰਾਸ਼ਟਰ 'ਚ ਅਲੀਬਾਗ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਜਿਹੜੀ ਦਰਜ FIR ਸੀ ਉਸ ਨੂੰ ਰੱਦ ਕੀਤੇ ਜਾਣ ਦੀ ਵੀ ਅਪੀਲ ਪਾਈ ਸੀ। ਮਾਨਯੋਗ ਜੱਜ SS ਛਿੰਦੇ ਅਤੇ ਮਾਨਯੋਗ ਜੱਜ MS ਕਰਨਿਕ ਦੀ ਇੱਕ ਬੈਂਚ ਨੇ ਅੱਜ ਇਸ ਮਾਮਲੇ ਤੇ ਸੁਣਵਾਈ ਕੀਤੀ। ਤੇ ਦੂਸਰੇ ਪਾਸੇ ਰਾਏਗੜ੍ਹ ਦੀ ਅਲੀਬਾਗ ਅਦਾਲਤ ਵਿੱਚ ਪੁਲਿਸ ਨੇ ਸਮੀਖਿਆ ਪਟੀਸ਼ਨ ਦਾਖਲ ਕਰ ਦਿੱਤੀ। ਇਹ ਅਰਜ਼ੀ ਅਰਨਬ ਦੀ ਪੁਲਿਸ ਰਿਮਾਂਡ ਹਾਸਲ ਕਰਨ ਲਈ ਦਿੱਤੀ ਗਈ ਸੀ। ਬੀਤੇ ਬੁੱਧਵਾਰ ਨੂੰ ਅਦਾਲਤ ਨੇ ਪੁਲਿਸ ਰਿਮਾਂਡ ਦੀ ਥਾਂ ਤੇ ਗੋਸਵਾਮੀ ਨੂੰ 14 ਦਿਨ ਦੀ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਦੇ ਖਿਲਾਫ ਅਲੀਬਾਗ ਪੁਲਿਸ ਨੇ ਅਦਾਲਤ ਵਿੱਚ ਸਮੀਖਿਆ ਪਟੀਸ਼ਨ ਦਾਖਲ ਕਰ ਦਿੱਤੀ ਹੈ। ਅਦਾਲਤ ਨੇ ਇਸ ਅਰਜ਼ੀ ਨੂੰ ਸਵੀਕਾਰ ਕਰ ਲਿਆ ਤੇ ਹੁਣ 7 ਤਰੀਕ ਨੂੰ 7 ਨਵੰਬਰ ਨੂੰ ਇਹਦੇ ਤੇ ਸੁਣਵਾਈ ਹੋਣੀ ਹੈ। ਹੁਣ ਦੋਸ਼ ਬੜੇ ਵੱਡੇ ਲੱਗੇ ਨੇ। 2 ਸਾਲ ਪਹਿਲਾਂ ਦਾ ਮਾਮਲਾ ਹੈ ਕਿ ਲਗਭਗ 5 ਕਰੋੜ ਦਾ ਕੰਮ ਕਰਵਾ ਲਿਆ ਕਿਸੇ ਇੰਟੀਰੀਅਰ ਡਿਜ਼ਾਈਨਰ ਤੋਂ, ਪੈਸੇ ਨਹੀਂ ਦਿੱਤੇ, ਸਗੋਂ ਉਹਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਖਰਕਾਰ ਉਸ ਬੰਦੇ ਨੇ ਆਤਮ ਹੱਤਿਆ ਕਰ ਲਈ। ਇੰਨਾ ਹੀ ਨਹੀਂ ਕਿ ਉਹਨੇ ਆਤਮ ਹੱਤਿਆ ਕੀਤੀ, ਉਹਦੀ ਆਤਮ ਹੱਤਿਆ ਜਾਂ ਉਹਦੀ ਮੌਤ ਤੋਂ ਦੁਖੀ ਹੋ ਕੇ ਉਸ 53 ਵਰ੍ਹਿਆਂ ਦੇ ਵਿਅਕਤੀ ਦੀ ਮਾਂ ਨੇ ਵੀ ਆਤਮ ਹੱਤਿਆ ਕਰ ਲਈ ਸੀ। ਤੇ ਉਹਦੇ ਤੋਂ ਬਾਅਦ ਹੁਣ ਉਹਦੀ ਧੀ ਨੇ ਕਿ ਮੇਰੇ ਬਾਪ ਨਾਲ ਆਹ ਕੁਛ ਕੀਤਾ ਸੀ, ਅਰਨਬ ਗੋਸਵਾਮੀ ਦਾ ਜ਼ਿੰਮੇਵਾਰ ਹੈ, ਇਸ ਵਾਸਤੇ ਇਹਨੂੰ ਗ੍ਰਿਫਤਾਰ ਕਰ ਲਿਆ। ਤੇ ਹੁਣ ਇਹਦੇ ਤੇ ਸੰਗੀਨ ਧਾਰਾਵਾਂ ਕੋਈ ਹੋਰ ਵੀ ਜੋੜ ਦਿੱਤੀਆਂ ਗਈਆਂ ਨੇ ਕਿ ਪੁਲਿਸ ਨਾਲ ਬਦਤਮੀਜ਼ੀ ਕੀਤੀ ਹੈ, ਪੁਲਿਸ ਦੇ ਕੰਮ ਦੇ ਵਿੱਚ ਖਲਲ ਪਾਇਆ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਖਾਸਮ ਖਾਸ ਪਾਰਟੀ ਦਾ ਇਹ ਸਪੋਕਸਮੈਨ ਬਣਿਆ ਹੋਇਆ ਸੀ ਕਿ ਇਹਦਾ ਬਣਦਾ ਕੀ ਹੈ। ਅਗਲੀ ਖਬਰ ਬੜੀ ਮੰਦਭਾਗੀ ਖਬਰ ਹੈ। ਬੜੀ ਵਾਰੀ ਆਪਾਂ ਖਬਰਾਂ ਸੁਣੀਆਂ ਹੋਣਗੀਆਂ ਕਿ ਘਰ ਦੇ ਵਿੱਚ TV ਇੱਕ, ਦੂਸਰਾ ਕੋਈ ਹੋਰ ਪ੍ਰੋਗਰਾਮ ਦੇਖਣਾ ਚਾਹੁੰਦੇ, ਦੂਸਰਾ ਕੋਈ ਹੋਰ ਪ੍ਰੋਗਰਾਮ ਦੇਖਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਪਰ ਆਹ ਜਿਹੜੇ ਝਗੜੇ ਦੀ ਖਬਰ ਹੈ ਇਹ TV ਬੰਦ ਕਰਨ ਨੂੰ ਲੈ ਕੇ ਝਗੜਾ ਹੋਇਆ ਤੇ ਇੱਕ ਨਸ਼ੇੜੀ ਨਸ਼ੇ ਦੇ ਵਿੱਚ ਪੁੱਤ ਨੇ ਆਪਣੇ ਬਾਪ ਦਾ ਕਤਲ ਕੀਤਾ। ਜਾਣਕਾਰੀ ਮਿਲੀ ਆ ਯੂਪੀ ਦੇ ਵਿੱਚੋਂ। ਯੂਪੀ ਦੇ ਵਿੱਚ ਇੱਕ ਨੌਜਵਾਨ ਨੇ TV ਬੰਦ ਕਰਨ ਤੋਂ ਨਾਰਾਜ਼ ਹੋ ਕੇ ਆਪਣੇ ਬਜ਼ੁਰਗ ਬਾਪ ਨੂੰ ਮਾਰਿਆ। ਪੁਲਿਸ ਨੇ ਦੱਸਿਆ ਹੈ ਕਿ ਨਸੀਰਪੁਰ ਪਿੰਡ ਦੇ ਵਿੱਚ ਬਜ਼ੁਰਗ ਲਾਲਾ ਰਾਮ ਕਟਿਹਾਰ ਜਿਹੜੇ 80 ਕੁ ਵਰ੍ਹਿਆਂ ਦੇ ਹੈ ਤੇ ਉਹਦਾ ਪੁੱਤ ਅਸ਼ੋਕ ਕਟਿਹਾਰ ਉਹਨਾਂ ਦੇ ਨਾਲ ਹੀ ਰਹਿੰਦਾ ਸੀ। ਬੁੱਧਵਾਰ ਦੇਰ ਸ਼ਾਮ ਬਜ਼ੁਰਗ ਆਪਣੇ ਪੋਤੇ ਰਿਸ਼ਵ ਦੇ ਨਾਲ ਬੈਠਾ TV ਦੇਖ ਰਿਹਾ ਸੀ। ਨਸ਼ੇ ਦੀ ਹਾਲਤ ਦੇ ਵਿੱਚ ਉਹਨਾਂ ਦਾ ਪੁੱਤਰ ਅਸ਼ੋਕ ਘਰ 'ਚ ਆਇਆ। ਆਉਣ ਸਾਰ ਕਹਿਣ ਲੱਗਾ TV ਬੰਦ ਕਰੋ, TV ਬੰਦ ਕਰੋ। ਲਾਲਾ ਰਾਮ ਕਹਿੰਦੇ ਕੋਈ ਨਹੀਂ, ਅਸੀਂ ਕੁਝ ਦੇਖਦੇ ਹਾਂ, ਬੰਦ ਕਰ ਦਿੰਦੇ ਹਾਂ। ਬਸ TV ਬੰਦ ਕਰਨ ਤੋਂ ਲੈ ਕੇ ਆਪਸ ਦੇ ਵਿੱਚ ਪਿਓ ਪੁੱਤ ਦਾ ਝਗੜਾ ਹੋ ਗਿਆ ਤੇ ਪਿਓ ਪੁੱਤ ਦੇ ਝਗੜੇ ਦੇ ਵਿੱਚ ਲਾਲਾ ਰਾਮ ਦਾ ਪੋਤਾ ਤੇ ਇਹ ਅਸ਼ੋਕ ਦਾ ਪੁੱਤ ਉਹਨੇ ਆਪਣੇ ਪੁੱਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਹੁਣ ਦਾਦੇ ਦੇ ਸਾਹਮਣੇ ਪੋਤੇ ਦੀ ਕੁਟਾਈ ਹੋਣ ਲੱਗੀ ਹੈ
ਤੇ ਬਜ਼ੁਰਗ ਲਾਲਾ ਰਾਮ ਉੱਠੇ ਅਸ਼ੋਕ ਤੋਂ ਰਿਸ਼ਵ ਨੂੰ ਦੂਰ ਪਰੇ ਕੀਤਾ। ਉਹ ਕਹਿੰਦਾ ਦੇ ਗੱਲ ਸੁਣੋ, ਇਹ ਗੱਲ ਕਿਹੜੀ ਹੈ, ਕੁੱਟ ਕਟਾਈ ਵਾਲੀ ਤਾਂ ਗੱਲ ਕੋਈ ਨਹੀਂ। ਪਰ ਹੁਣ ਅਸ਼ੋਕ ਗੁੱਸੇ 'ਚ ਆਇਆ ਹੋਇਆ, ਉੱਤੋਂ ਦੀ ਪੀਤੀ ਹੋਈ ਆ, ਰੱਜਿਆ ਹੋਇਆ, ਗੁੱਸਾ ਸ਼ਾਂਤ ਨਾ ਹੋਇਆ। ਉਹ ਘਰ ਦੇ ਅੰਦਰ ਗਿਆ, ਕੰਮ ਦੇਖੋ ਕਿੱਥੋਂ ਵਧਿਆ ਕਿ ਟੀਵੀ ਬੰਦ ਕਰੋ। ਅੰਦਰ ਵੜਿਆ, ਅੰਦਰ ਵੜ ਕੇ ਲਾਇਸੈਂਸੀ ਬੰਦੂਕ ਚੁੱਕ ਲਿਆ। ਹੁਣ ਕਈ ਵਾਰੀ ਆਪਾਂ ਨੂੰ ਨਹੀਂ ਲੱਗਦਾ ਹੁੰਦਾ ਕਿ ਸ਼ਰਾਬੀ ਬੰਦਾ ਬੰਦੂਕ ਚੁੱਕ ਵੀ ਲਿਆ ਕਿਹੜਾ ਗੋਲੀ ਮਾਰ ਦੂ। ਉਹਨੇ ਕਿਰਕ ਨਹੀਂ ਕੀਤੀ, ਆਪਣੇ ਬਾਪ ਦੇ ਗੋਲੀ ਮਾਰ ਦਿੱਤੀ। ਹੁਣ ਗੋਲੀ ਦੀ ਆਵਾਜ਼ ਗੁਆਂਢੀਆਂ ਨੂੰ ਵੀ ਸੁਣੀ। ਉਹ ਭੱਜੇ ਆਏ ਕਿ ਦੇਖੀਏ ਹੋਇਆ ਕੀ ਹੈ। ਜਦੋਂ ਵੇਖਿਆ ਤੇ ਲਾਲਾ ਜੀ ਉਹ ਖੂਨ ਨਾਲ ਲੱਥ-ਪੱਥ ਪਏ ਸਨ। ਰਾਈਟ ਵੇ ਉਹਨਾਂ ਨੇ ਉਸੇ ਵਕਤ ਪੁਲਿਸ ਨੂੰ ਸੂਚਨਾ ਦੇ ਦਿੱਤੀ। ਤੁਰੰਤ ਮੌਕੇ ਤੇ ਪੁਲਿਸ ਵੀ ਆ ਗਈ, ਬੰਦੂਕ ਵੀ ਬਰਾਮਦ ਕਰ ਲਈ, ਦੋਸ਼ੀ ਵੀ ਗ੍ਰਿਫਤਾਰ ਕਰ ਲਿਆ। ਪਰ ਘਟਨਾ ਮੰਦਭਾਗੀ ਹੈ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਹੈ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇ ਜਾਣਕਾਰੀ ਚੰਗੀ ਲੱਗੀ ਹੈ, ਖਬਰਾਂ ਦੀ ਤਫਸੀਲ ਚੰਗੀ ਲੱਗੀ ਹੈ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਅਤੇ ਨਾਲ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਚੈਨਲ ਸਾਡਾ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਸੋ ਇਸ ਦੇ ਨਾਲ ਹੀ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।